तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम धन वाहिगुरु जी। रोगन ते अर सोगन ते जल जोगन ते बहु भांत बचावै। शतर अनेक चलावत काव तऊ तन एक न लागन पावै। राखत है अपनो कर दे कर पाप समूह ना पेटन पावै। और की बात कहाँ कह तो स्यों सो पेट ही के पट बीच बिचावै। और की बात कहाँ कह तो स्यों सो पेट ही के पट बीच बचावै। परम सत्कारयोग जुगो जुग अटल तख्त चवर छतर दे मालिक सतगुरु श्री गुरु ग्रंथ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਆਪ ਸੰਗਤ ਦੇਸ਼ ਅਤੇ ਵਿਦੇਸ਼ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਜੀਵਨ ਇਤਿਹਾਸ ਨੂੰ ਸਰਵਨ ਕਰ ਰਹੇ ਹੋ। ਸਤਿਗੁਰ ਬਖਸ਼ਿਸ਼ ਕਰਨ ਵਿੱਚ ਵਰਤਨ ਆਓ। ਸਤਿਗੁਰ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਹਾਜ਼ਰੀ ਲਗਵਾਈਏ। ਭਾਵੇਂ ਆਪ ਘਰਾਂ ਦੇ ਵਿੱਚ ਬੈਠ ਕਰਕੇ ਗੁਰੂ ਇਤਿਹਾਸ ਦੇ ਨਾਲ ਰੋਜ਼ਾਨਾ ਹੀ ਜੁੜ ਕਰਕੇ ਬੈਠਦੇ ਹੋ, ਜਿੱਥੇ ਵੀ ਆਪ ਸੰਗਤ ਬੈਠੇ ਹੋ ਮਨ ਬਿਰਤੀਆਂ ਇਕਾਗਰ ਕਰੋ। ਸਤਿਗੁਰ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਕਿ ਸਤਿਗੁਰੂ ਮਹਾਰਾਜ ਜੀ ਨੇ ਕਿਵੇਂ ਲੋਕ ਜਿਹੜੇ ਉਸ ਸਮੇਂ ਕੁਰੀਤੀਆਂ ਦੇ ਵਿੱਚ ਪਏ ਹੋਏ ਧੀਆਂ ਦਾ ਵਪਾਰ ਕਰਦੇ ਨੇ ਅਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨਾਂ ਨੂੰ ਬੁਰਾਈਆਂ ਦੇ ਵਿੱਚੋਂ ਕੱਢਿਆ। ਸਤਿਗੁਰੂ ਮਹਾਰਾਜ ਜੀ ਕੈਥਲ ਜਾਂਦੇ ਨੇ, ਜੀਂਦ ਜਾਂਦੇ ਨੇ। ਮਹਾਰਾਜ ਜੀ ਨੇ ਇਹ ਵੀ ਸਾਨੂੰ ਦੱਸਣਾ ਕੀਤਾ ਕਿ ਗੁਰੂ ਕੀ ਸੰਗਤ ਵਿੱਚ ਜਦੋਂ ਆ ਕੇ ਬੈਠਦੇ ਹੋ ਉਹ ਹਰ ਦਿਨ ਹੀ ਗੁਰੂ ਕਾ ਪੁਰਬ ਹੈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹ ਕਿਰਪਾ ਕੀਤੀ। ਗੁਰੂ ਅਮਰਦਾਸ ਮਹਾਰਾਜ ਜੀ ਦੇ ਅਸੀਂ ਬਚਨ ਪੜ੍ਹਦੇ ਹਾਂ, ਆਵੋ ਸਿੱਖ ਸਤਿਗੁਰੂ ਕੇ ਪਿਆਰੇ ਹੋ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ, ਬਾਣੀਆਂ ਸਿਰ ਬਾਣੀ। ਮਹਾਰਾਜ ਸਾਨੂੰ ਨਿਤ ਆਵਾਜ਼ਾਂ ਦੇ ਕੇ ਆਖਦੇ ਨੇ ਕਿ ਹੇ ਸਿੱਖਾ ਤੂੰ ਗੁਰੂ ਕੀ ਹਜ਼ੂਰੀ ਵਿੱਚ ਆ। ਸਤਿਗੁਰੂ ਮਹਾਰਾਜ ਕਿਰਪਾ ਕਰਨ ਇੱਥੇ ਤੈਨੂੰ ਸੋਝੀ ਮਿਲ ਸਕੇ, ਆਤਮਿਕ ਜੀਵਨ ਦਾ ਅਸਲ ਆਨੰਦ ਪ੍ਰਾਪਤ ਹੋ ਸਕੇ। ਸਤਿਗੁਰੂ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਕਿ ਇਹ ਗੁਰੂ ਕਾ ਘਰ ਜਿਹੜਾ ਹੈ ਇਹ ਘੜੀਏ ਸ਼ਬਦ ਸੱਚੀ ਟਕਸਾਲ ਹੈ ਅਤੇ ਇਸ ਜਗ੍ਹਾ ਦੇ ਉੱਪਰ ਹੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰੂ ਦੁਆਰੇ ਹੋਏ ਸੋਝੀ ਪਾਏ ਸੀ। ਇੱਥੇ ਜੀਵਨ ਜਾਚ, ਇੱਥੇ ਜੀਵਨ ਕਿਉਂ ਸਾਨੂੰ ਮਿਲਿਆ ਹੈ, ਇਹਦੀ ਪ੍ਰਾਪਤੀ ਕਿਉਂ ਹੈ, ਇਸ ਦੀ ਸੋਝੀ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਨੇ ਇੱਥੋਂ ਆ ਕੇ ਮਿਲਦੀ ਹੈ।
ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕੈਥੋਂ ਤੋਂ ਅੱਗੇ ਪਿਹੋਵੇ ਵਿੱਚ ਜਾਂਦੇ ਨੇ। ਪਿਹੋਵੇ ਦੀ ਧਰਤੀ ਤੇ ਧੰਨ ਗੁਰੂ ਨਾਨਕ ਤੇ ਸੱਚੇ ਪਾਤਸ਼ਾਹ ਮਹਾਰਾਜ ਨੇ ਵੀ ਚਰਨ ਪਾਏ, ਤੇ ਇਹ ਪਿਹੋਆ ਹਿੰਦੂ ਧਰਮ ਦੇ ਅੰਦਰ ਇੱਕ ਖਾਸ ਥਾਂ ਰੱਖਦਾ ਸੀ, ਕਿਉਂਕਿ ਇੱਥੇ ਆ ਕਰਕੇ ਪਿਹੋਵੇ ਦੀ ਧਰਤੀ ਤੇ ਪਿੱਤਰਾਂ ਦੀ ਪੂਜਾ ਹੋਣੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਉੱਥੇ ਜਾ ਕੇ ਅਸਲ 'ਚ ਉਹਨਾਂ ਨੂੰ ਜੀਵਨ ਕਿਉਂ ਮਿਲਿਆ, ਕਾਹਦੇ ਵਾਸਤੇ ਮਿਲਿਆ, ਇਹ ਜੀਵਨ ਨੂੰ ਅਸੀਂ ਗਵਾਉਂਦੇ ਕਿਵੇਂ ਪਏ ਹਾਂ, ਇਹ ਜੀਵਨ ਕਿੱਥੇ ਸਾਡਾ ਖਤਮ ਹੁੰਦਾ ਪਿਆ ਹੈ, ਮਹਾਰਾਜ ਨੇ ਉਹ ਸਾਨੂੰ ਜਾਚ ਦੱਸਣਾ ਕੀਤੀ। ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਬਾਅਦ ਵਿੱਚ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇਸ ਸਥਾਨ ਪਿਹੋਵੇ ਦੀ ਧਰਤੀ ਤੇ ਆਏ। ਗੁਰੂ ਹਰਿਰਾਏ ਸਾਹਿਬ ਮਹਾਰਾਜ ਜੀ ਨੇ ਵੀ ਇਸ ਧਰਤੀ ਦੇ ਉੱਤੇ ਚਰਨ ਪਾਉਣਾ ਕੀਤੇ। ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਤੇ ਬਾਅਦ ਵਿੱਚ ਦਸਵੇਂ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਇਸ ਪਿਹੋਵੇ ਦੀ ਧਰਤੀ ਦੇ ਉੱਤੇ ਆਉਂਦੇ ਨੇ। ਸਤਿਗੁਰ ਮਹਾਰਾਜ ਪਾਤਸ਼ਾਹ ਜੀ ਦਾ ਇੱਥੇ ਅਸਥਾਨ ਇੱਕ ਸਾਂਝੀ ਮੰਜੀ ਜਿਹੜਾ ਹੈ ਉਹ ਅਸਥਾਨ ਬਣਿਆ। ਸਤਿਗੁਰ ਮਹਾਰਾਜ ਜੀ ਨੇ ਕਿਰਪਾ ਕੀਤੀ। ਇਸ ਤੋਂ ਅੱਗੇ ਮਹਾਰਾਜ ਜੀ ਇੱਕ ਨਗਰ ਹੈ ਜਿੰਦਾ ਨਾਂ ਇਤਿਹਾਸ 'ਚ ਲਿਖਿਆ ਬਾਰਨਾ। ਬਾਰਨਾ ਨਗਰ ਦੇ ਵਿੱਚ ਜਾਂਦੇ ਨੇ ਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਇੱਕ ਸਿੱਖ ਹੈ ਰਾਹਕ, ਉਹ ਖੇਤੀਬਾੜੀ ਕਰਦਾ ਹੈ, ਤੇ ਜਦੋਂ ਖੇਤੀ ਦਾ ਮਾਮਲਾ ਤੈਅ ਕਰਨ ਵਾਸਤੇ ਉਹ ਆਉਂਦੇ ਨੇ, ਮਾਲਕ ਆਉਂਦੇ ਨੇ, ਹਕੂਮਤ ਆਉਂਦੀ ਹੈ, ਤੇ ਜਿਵੇਂ ਇਹਨੂੰ ਕਹਿ ਦਿਓ ਤੇ ਉਵੇਂ ਇਹ ਮੰਨ ਲੈਂਦਾ ਹੈ। ਬਿਲਕੁਲ ਸੰਤੋਖ ਦੇ ਵਿੱਚ ਜੀਵਨ ਇਹਦਾ ਜਿਹੜਾ ਹੈ ਉਹ ਬਤੀਤ ਹੁੰਦਾ ਪਿਆ ਹੈ। ਸਤਿਗੁਰ ਮਹਾਰਾਜ ਗਏ ਤੇ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਗਏ, ਕਹਿੰਦੇ ਘੋੜਾ ਸਤਿਗੁਰ ਮਹਾਰਾਜ ਜੀ ਦਾ ਅੱਗੇ ਨਾ ਤੁਰੇ, ਖੇਤਾਂ ਵਿੱਚ ਗਏ। ਸਤਿਗੁਰ ਮਹਾਰਾਜ ਨੇ ਦੇਖਿਆ ਹਰਿਆਲੀ ਬਹੁਤ ਖੇਤਾਂ ਦੇ ਵਿੱਚ, ਤੇ ਘੋੜੇ ਦਾ ਨਾ ਜਾਣ ਦਾ ਕਾਰਨ ਕੀ ਸੀ ਕਿ ਸਤਿਗੁਰ ਮਹਾਰਾਜ ਨੇ ਦੇਖਿਆ ਕਿ ਇਹਨਾਂ ਖੇਤਾਂ ਦੇ ਵਿੱਚ ਤੰਬਾਕੂ ਦੀ ਖੇਤੀ ਹੁੰਦੀ ਪਈ ਹੈ। ਸਤਿਗੁਰ ਮਹਾਰਾਜ ਜੀ ਨੇ ਕਿਰਪਾ ਕੀਤੀ, ਉਹ ਸਿੱਖ, ਉਹ ਰਾਹਕ ਨੂੰ ਸਤਿਗੁਰ ਮਹਾਰਾਜ ਜੀ ਨੇ ਉਪਦੇਸ਼ ਦਿੱਤਾ। ਸਤਿਗੁਰ ਮਹਾਰਾਜ ਕਹਿੰਦੇ ਨੇ, ਦੇਖੋ ਜੇਕਰ ਸੰਗਤ ਦੀ ਸੇਵਾ ਕਰੋਗੇ, ਸੰਗਤ ਕਰਿਆ ਕਰੋਗੇ, ਤੁਹਾਡੇ ਜੀਵਨ ਦੇ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਵੇਗੀ। ਨਾ ਤੁਹਾਡੇ ਜੀਵਨ ਵਿੱਚ ਸੁੱਖ ਦੀ ਕਮੀ ਹੋਵੇਗੀ, ਨਾ ਤੁਹਾਡੇ ਜੀਵਨ ਵਿੱਚ ਧਨ ਤੇ ਪਦਾਰਥਾਂ ਦੀ ਕਮੀ ਹੋਵੇਗੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸ ਤੰਬਾਕੂ ਨੂੰ ਹੱਥ ਨਹੀਂ ਲਾਉਣਾ, ਕਿਉਂਕਿ ਇਹ ਸਭ ਤੋਂ ਭੈੜਾ ਨਸ਼ਾ। ਇਹ ਲੋਕ ਅੱਜ ਡਾਕਟਰ ਵੀ ਤਾਂ ਕਹਿੰਦੇ ਨੇ ਕਿ ਸਭ ਤੋਂ ਜ਼ਿਆਦਾ ਜਿਹੜਾ ਖਤਰਨਾਕ ਨਸ਼ਾ ਹੈ ਉਹ ਤੰਬਾਕੂ ਦਾ ਹੈ, ਧੂਮਰਪਾਨ। ਹੁਣ ਪਾਨ ਦੇ ਅਰਥ ਹੁੰਦੇ ਨੇ ਪੀਣਾ, ਹਰ ਚੀਜ਼ ਇਨਸਾਨ ਪੀਂਦਾ ਹੈ, ਤੇ ਸਤਿਗੁਰੂ ਮਹਾਰਾਜ ਜੀ ਨੇ ਜਿਸ ਚੀਜ਼ ਤੋਂ ਵਰਤਿਆ ਉਹ ਧੂਮਰਪਾਨ, ਧੂਵੇਂ ਨੂੰ ਪੀਣ ਤੋਂ ਵੀ ਰੋਕਿਆ। ਮਹਾਰਾਜ ਨੂੰ ਪਤਾ ਸੀ ਕਿ ਜਿਹੜੇ ਧੂੰਆਂ ਪੀਣ ਵਾਲੇ ਨੇ ਇਹਨਾਂ ਨੂੰ ਮੂੰਹ ਦਾ ਕੈਂਸਰ ਵੀ ਕੱਲ੍ਹ ਨੂੰ ਹੋਣਾ ਹੈ, ਇਹਨਾਂ ਨੂੰ ਫੇਫੜਿਆਂ ਦਾ ਕੈਂਸਰ ਵੀ ਹੋਣਾ ਹੈ, ਇਹਨਾਂ ਦਾ ਜੀਵਨ ਅੰਦਰ ਸਾਰਾ ਇਹਨਾਂ ਦਾ ਜੀਵਨ ਖਰਾਬ ਹੋ ਜਾਏਗਾ, ਨਰਕਾਂ ਦਾ ਜੀਵਨ ਬਣ ਜਾਏਗਾ, ਜਿਵੇਂ ਨਰਕ ਦੇ ਵਿੱਚ ਕੋਈ ਜਿਉਂਦਾ ਹੋਵੇ। ਅੱਜ ਹੌਸਪੀਟਲਾਂ ਵਿੱਚ ਜਾ ਕੇ ਦੇਖੋ, ਸਤਿਗੁਰ ਮਹਾਰਾਜ ਨੇ ਜਿਹੜਾ ਸਾਨੂੰ ਅੱਜ ਤੋਂ 400 ਸਾਲ ਪਹਿਲਾਂ, ਤਕਰੀਬਨ 400 ਸਾਲ ਪ੍ਰਕਾਸ਼ ਪੁਰਬ ਮਨਾਉਂਦੇ ਪਏ ਹਾਂ, ਤੇ ਚਲੋ 350 400 ਸਾਲ ਦਾ ਸਮਾਂ ਬਣਦਾ। ਜਿਹੜੀ ਚੀਜ਼ ਤੋਂ ਸਤਿਗੁਰ ਮਹਾਰਾਜ ਨੇ ਉਸ ਸਮੇਂ ਵਰਤਿਆ ਸੀ, ਅੱਜ ਡਾਕਟਰ ਤੇ ਸਾਇੰਸ ਉਸ ਚੀਜ਼ ਨੂੰ ਵਰਤਦੀ ਪਈ ਹੈ। ਹੌਸਪੀਟਲਾਂ ਦੇ ਵਿੱਚ ਜਾ ਕੇ ਦੇਖੋ, ਜਿਨ੍ਹਾਂ ਨੂੰ ਮੂੰਹ ਦਾ ਕੈਂਸਰ ਹੈ ਉਹ ਚੰਗੀ ਤਰ੍ਹਾਂ ਰੋਟੀ ਵੀ ਨਹੀਂ ਖਾ ਸਕਦੇ, ਫੂਡ ਪਾਈਪ ਉਹਨਾਂ ਨੂੰ ਲੱਗੀਆਂ ਨੇ। ਜਿਨ੍ਹਾਂ ਦੇ ਫੇਫੜੇ ਖਰਾਬ ਹੋ ਚੁੱਕੇ ਨੇ, ਪਰਿਵਾਰ ਵਾਲੇ ਤਰਸਦੇ ਨੇ ਕਿ ਕਿਸੇ ਤਰੀਕੇ ਦੇ ਨਾਲ ਇਹਦੀ ਜ਼ਿੰਦਗੀ ਬਚ ਸਕੇ, ਤੇ ਜਿਹਨੂੰ ਇਹ ਬਿਮਾਰੀ ਲੱਗ ਜਾਂਦੀ ਉਹ ਵੀ ਚਾਹੁੰਦਾ ਹੈ ਕਿ ਮੈਂ ਕਿਸੇ ਨਾ ਕਿਸੇ ਤਰੀਕੇ ਨਾਲ ਬਚ ਸਕਾਂ, ਪਰ ਬਚਣ ਵਾਸਤੇ ਕੋਈ ਉਪਰਾਲਾ ਨਹੀਂ ਹੋ ਸਕਦਾ। ਕਿਉਂਕਿ ਜਦੋਂ ਬੰਦਾ ਹੱਥ ਪੌੜੀ ਤੋਂ ਅਖੀਰਲੇ ਡੰਡੇ ਤੋਂ ਹੱਥ ਛੁਟਕਦਾ ਹੈ ਤੇ ਫਿਰ ਪੁੰਜੇ ਆ ਕੇ ਡਿੱਗਦਾ ਹੈ, ਫਿਰ ਉੱਥੇ ਹੱਥ ਪੈਣ ਵਾਲੀ ਥਾਂ ਕੋਈ ਨਹੀਂ ਰਹਿ ਜਾਂਦੀ। ਮਹਾਰਾਜ ਪਾਤਸ਼ਾਹ ਨੇ ਕਿਹਾ ਕਿ ਜਿਹੜਾ ਇਹ ਧੂਮਰਪਾਨ ਹੈ, ਜੇਕਰ ਇਹਨੂੰ ਛੱਡ ਦਿਓਗੇ, ਜੇਕਰ ਤੰਬਾਕੂ ਨੂੰ ਹੱਥ ਨਹੀਂ ਲਾਓਗੇ, ਤੇ ਤੁਹਾਡੀਆਂ ਕੁੱਲਾਂ ਰਾਜ ਕਰਨਗੀਆਂ, ਤੁਹਾਡੇ ਘਰ ਦੇ ਵਿੱਚ ਕੋਈ ਕਮੀ ਨਹੀਂ ਹੋਏਗੀ। ਗੰਦਾ ਤੂੰ ਬੰਸ ਤੇ ਤਿਆਗੋ, ਅਤ ਗਿਲਾਨ ਇਸ ਤੇ ਧੁਰ ਭਾਗੋ। ਸਤਿਗੁਰੂ ਮਹਾਰਾਜ ਕਹਿੰਦੇ ਨੇ ਗੰਦਾ ਧੂਮ, ਇਹ ਗੰਦਾ ਧੂੰਆਂ ਜਿਹਦੇ ਕਰਕੇ ਤੁਹਾਡਾ ਸਰੀਰ ਜਿਹੜਾ ਸੀ ਉਹ ਖਰਾਬ ਹੋ ਜਾਏਗਾ, ਰੋਗਾਂ ਦਾ ਘਰ ਬਣੇਗਾ। ਮਹਾਰਾਜ ਕਹਿੰਦੇ ਨੇ ਬੰਸ ਤੇ ਤਿਆਗੋ, ਬੰਸ ਕਹਿੰਦੇ ਨੇ ਪਰਿਵਾਰ, ਮਹਾਰਾਜ ਕਹਿੰਦੇ ਨੇ ਇਹਨੂੰ ਆਪਣੇ ਖਾਨਦਾਨ ਦੇ ਵਿੱਚੋਂ ਬਾਹਰ ਕੱਢ ਦਿਓ। ਸਤਿਗੁਰੂ ਮਹਾਰਾਜ ਕਹਿੰਦੇ ਨੇ ਅਤ ਗਿਲਾਨ ਇਸ ਤੇ
ਧਾਰ ਭਾਗੋ, ਕਹਿੰਦੇ ਨੇ ਮਹਾਰਾਜ ਕਹਿੰਦੇ ਨੇ ਅਤ ਗਿਲਾਨ, ਸਭ ਤੋਂ ਮਾੜਾ ਕੰਮ ਹੈ ਨਸ਼ਾ ਕਰਨਾ, ਤੇ ਸਭ ਤੋਂ ਮਾੜਾ ਨਸ਼ਾ ਹੈ ਤੰਬਾਕੂ ਦਾ ਸੇਵਨ ਕਰਨਾ। ਮਹਾਰਾਜ ਨੇ ਕਿਹਾ ਕਿ ਇਹਦੇ ਤੋਂ ਦੂਰ ਭੱਜ ਜਾਓ, ਜੇਕਰ ਕੋਈ ਪੀਂਦਾ ਵੀ ਹੋਵੇ ਤੇ ਉਹਦੇ ਲਾਗੇ ਵੀ ਨਾ ਖੜੋ। ਅੱਜ ਸਮੇਂ ਦੀਆਂ ਕਈ ਸਰਕਾਰਾਂ ਦੇਸ਼ ਦੇ ਵਿੱਚ ਵਿਦੇਸ਼ ਦੇ ਵਿੱਚ ਉਹਨਾਂ ਨੇ ਪਾਬੰਦੀਆਂ ਵੀ ਲਾ ਦਿੱਤੀਆਂ ਕਿ ਇਹ ਧੂਮਰਪਾਨ ਸ਼ਰੇਆਮ ਕੋਈ ਨਹੀਂ ਕਰ ਸਕਦਾ। ਅੱਜ ਇੰਨਾ ਕੁ ਸੁਚੇਤ ਹੋ ਜਾਣਾ ਚਾਹੀਦਾ ਹੈ ਕਿ ਸਮੇਂ ਦੀਆਂ ਸਰਕਾਰਾਂ ਨੂੰ ਚਾਹੀਦਾ ਕਿ ਐਸੇ ਪੈਸੇ ਨੂੰ ਕੀ ਕਰਨਾ ਕਿ ਜਿੰਦੇ ਨਾਲ ਅਸੀਂ, ਸਰਕਾਰਾਂ ਦੇ ਤਾਂ ਇਹ ਬਹਾਨੇ ਆ ਨਾ, ਸਰਕਾਰਾਂ ਤੇ ਇਹੀ ਕਹਿੰਦੀਆਂ ਨੇ ਕਿ ਜੀ ਇਹਨਾਂ ਤੋਂ ਸਾਨੂੰ ਬਹੁਤ ਵੱਡੀ ਨਸ਼ਿਆਂ ਤੋਂ ਕਮਾਈ ਹੁੰਦੀ ਹੈ, ਸ਼ਰਾਬ ਤੋਂ, ਇਹ ਤੰਬਾਕੂ ਤੋਂ ਬੜੀ ਵੱਡੀ ਕਮਾਈ, ਤੇ ਤਾਂ ਅਸੀਂ ਦੇਸ਼ ਚਲਾਉਂਦੇ ਆ। ਇਹ ਕਾਹਦਾ ਇਸ ਕਮਾਈ ਤੋਂ ਤੁਸੀਂ ਦੇਸ਼ ਚਲਾਉਂਦੇ ਪਏ ਹੋ? ਜਿਸ ਕਮਾਈ ਤੋਂ, ਜਿਹੜੇ ਨਸ਼ੇ ਦੀ ਕਮਾਈ ਤੁਸੀਂ ਕਰਦੇ ਹੋ, ਨਸ਼ਾ ਲੋਕਾਂ ਦੇ ਜੀਵਨ ਨੂੰ ਗਰਕ ਪਿਆ ਕਰਦਾ ਹੈ। ਜਿਸ ਨਸ਼ੇ ਦੇ ਕਰਕੇ ਲੋਕ ਕੈਂਸਰ ਦੇ, ਲੋਕ ਬਿਮਾਰੀਆਂ ਦਾ ਘਰ ਬਣ ਗਏ ਨੇ, ਲੋਕਾਂ ਦਾ ਜੀਵਨ ਬਿਮਾਰੀਆਂ ਨਾਲ ਭਰ ਗਿਆ। ਇਹੋ ਜਿਹੀ ਕਮਾਈ ਨੂੰ ਕੀ ਕਰੋਗੇ? ਕਿਸ ਦੇਸ਼ ਦੇ ਉੱਤੇ ਉਹ ਕਮਾਈ ਲਾਓਗੇ ਜੇ ਸਾਰਾ ਦੇਸ਼ ਹੀ ਉਸ ਬਿਮਾਰੀ ਦੇ ਨਾਲ ਪੀੜਤ ਹੋ ਗਿਆ? ਸਤਿਗੁਰੂ ਮਹਾਰਾਜ ਨੇ ਜੋ ਉੱਥੇ ਬਚਨ ਕਹੇ, ਕਵੀ ਸੰਤੋਖ ਸਿੰਘ ਜੀ ਨੇ ਕਿਹਾ ਕਿ ਜਿੰਨੀ ਕੁ ਦੇਰ ਤੱਕ ਉਹ ਰਾਹਕ ਸਿੱਖ ਉਸ ਪਰਿਵਾਰ ਨੇ ਮਹਾਰਾਜ ਜੀ ਦੇ ਬਚਨਾਂ ਨੂੰ ਪਾਲਿਆ, ਉਨੀ ਦੇਰ ਤੱਕ ਉਹਨਾਂ ਦੇ ਘਰ ਦੇ ਵਿੱਚ ਕਮੀ ਕਿਸੇ ਗੱਲ ਦੀ ਨਹੀਂ ਰਹੀ। ਹਰ ਸੁੱਖ ਹਰ ਸੁਵਿਧਾ ਉਹਨਾਂ ਦੇ ਘਰ ਦੇ ਵਿੱਚ ਸੀ। ਤੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਨੇ ਜਦੋਂ ਬਾਅਦ ਵਿੱਚ ਦੇਖਿਆ ਕਿ ਉਹਨਾਂ ਮਹਾਰਾਜ ਜੀ ਦੇ ਬਚਨਾਂ ਦੇ ਉੱਤੇ ਨਹੀਂ ਤੁਰੇ, ਉਹਨਾਂ ਨੇ ਉਸ ਤੰਬਾਕੂ ਨੂੰ ਸੇਵਨ ਕਰਨਾ ਸ਼ੁਰੂ ਕਰ ਦਿੱਤਾ। ਤੇ ਕਵੀ ਸੰਤੋਖ ਸਿੰਘ ਕਹਿੰਦੇ ਨੇ ਕਿ ਜਬ ਲੈ ਗੰਦਾ ਧੂਮ ਨਾ ਪੀਓ, ਤਬ ਨੋ ਘਰ ਮੈਂ ਸਭ ਕੁਛ ਥੀਓ। ਉਹਨਾਂ ਦੇ ਘਰ ਦੇ ਵਿੱਚ ਹਰ ਕੁਛ ਸੀ ਜਿੰਨੀ ਦੇਰ ਤੱਕ ਉਹਨਾਂ ਨੇ ਇਹ ਤੰਬਾਕੂ ਨੂੰ ਨਹੀਂ ਸੇਵਿਆ। ਤੇ ਜਦੋਂ ਕਹਿੰਦੇ ਨੇ ਜੋ ਅਬ ਅਹੇ ਕਰਿਓ ਤਿਨ ਪਾਨ, ਭਇਓ ਰੰਕ ਧਨ ਧਾਨ ਸੁਹਾਨ। ਤੇ ਜਦੋਂ ਗੁਰੂ ਦਾ ਹੁਕਮ ਨਹੀਂ ਨਾ ਮੰਨਦੇ, ਮਹਾਰਾਜ ਜੀ ਦੇ ਹੁਕਮ ਨੂੰ ਸੋਚ ਲਿਆ ਕਿ ਨਹੀਂ ਜੀ ਉਹ ਤੇ ਪੁਰਾਣੀਆਂ ਗੱਲਾਂ ਸੀ, ਹੁਣ ਕਿੱਥੇ ਹੁਕਮ, ਕਿੱਥੇ ਨੇ ਗੁਰੂ? ਇਹ ਤੇ ਸਾਲਾਂ, ਇਹ ਤੇ ਸਦੀਆਂ ਪੁਰਾਣੀਆਂ ਗੱਲਾਂ ਨੇ। ਸਤਿਗੁਰੂ ਮਹਾਰਾਜ ਦਾ ਹੁਕਮ ਸਦੀਵੀ ਹੈ, ਅਟਲ ਹੈ। ਤੇ ਮਹਾਰਾਜ ਜੀ ਦੇ ਹੁਕਮ ਨੂੰ ਜਿਹਨੇ ਮੰਨ ਲਿਆ, ਸਤਿਗੁਰੂ ਮਹਾਰਾਜ ਕਹਿੰਦੇ ਉਹਨਾਂ ਦੇ ਜੀਵਨ 'ਚ ਭਾਵੇਂ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਨੇ ਕਿਰਪਾ ਕੀਤੀ ਸੀ ਕਿਸੇ ਵੇਲੇ 500 550 ਸਾਲ ਪਹਿਲਾਂ ਜਿਹੜੇ ਹੁਕਮ ਦੇ ਵਿੱਚ ਚੱਲਦੇ ਪਏ ਨੇ, ਉਹਨਾਂ ਤੇ ਅੱਜ ਵੀ ਗੁਰੂ ਨਾਨਕ ਦਾ ਹੱਥ ਹੈ। ਤੇ ਜਿਹੜੇ ਹੁਕਮ ਤੋਂ ਬਾਹਰ ਹੋ ਜਾਂਦੇ ਨੇ, ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ਿਸ਼ ਉਹਨਾਂ ਦੇ ਜੀਵਨ 'ਚੋਂ ਚਲੇ ਜਾਂਦੀ ਹੈ। ਤੇ ਕਵੀ ਸੰਤੋਖ ਸਿੰਘ ਕਹਿੰਦੇ ਨੇ ਭਇਓ ਰੰਕ ਧਨ ਧਾਨ ਸੁਹਾਨ। ਉਹ ਰੰਕ ਹੋ ਗਏ, ਉਹ ਕੰਗਾਲ ਹੋ ਗਏ, ਭਿਖਾਰੀਆਂ ਵਰਗਾ ਉਹਨਾਂ ਦਾ ਜੀਵਨ ਹੋ ਗਿਆ। ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਇੱਥੇ ਹੀ ਇਸੇ ਅਸਥਾਨ 'ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਸਾਧੋ ਗੋਬਿੰਦ ਕੇ ਗੁਣ ਗਾਵੋ, ਗੌੜੀ ਰਾਗ ਦੇ ਅੰਦਰ ਸਤਿਗੁਰੂ ਮਹਾਰਾਜ ਜੀ ਨੇ ਪਾਵਨ ਬਚਨ ਉਚਾਰਨ ਕੀਤੇ ਕਿ ਅਸਲ ਦੇ ਵਿੱਚ ਇਹ ਮਨੁੱਖਾ ਸਰੀਰ ਕੀ ਹੈ? ਮਾਨਸ ਜਨਮ ਅਮੋਲਕ ਪਾਇਓ, ਬਿਰਥਾ ਕਾਹੇ ਗਵਾਵੋ। ਮਹਾਰਾਜ ਕਹਿੰਦੇ ਨੇ ਇਹ ਅਮੋਲਕ ਜਨਮ ਜਿਹੜਾ ਮਨੁੱਖਾ ਤੈਨੂੰ ਮਿਲਿਆ ਹੈ, ਇਹਨੂੰ ਕਿਸੇ ਕੀਮਤ ਦੇ ਵਿੱਚ ਖਰੀਦ ਨਹੀਂ ਸਕਦਾ। ਇਸ ਜੀਵਨ ਨੂੰ ਤੂੰ ਬਚਾ ਨਹੀਂ ਸਕਦਾ। ਜਿੱਦਣ ਇਹ ਸਵਾਸਾਂ ਦੀ ਪੂੰਜੀ ਖਤਮ ਹੋਈ, ਕੋਈ ਆਕਸੀਜਨ, ਕੋਈ ਵੈਂਟੀਲੇਟਰ, ਕੋਈ ਹੌਸਪੀਟਲ, ਕੋਈ ਡਾਕਟਰ ਜਿਹੜਾ ਹੈ ਉਹ ਤੈਨੂੰ ਬਚਾ ਨਹੀਂ ਸਕੇਗਾ। ਇੱਥੇ ਤੇ ਸਿਕੰਦਰ ਵਰਗੇ ਮਹਾਨ ਜਿਹੜੇ ਸਨ, ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਸ਼ਾਇਦ ਅਸੀਂ ਆਪਣਾ ਜੀਵਨ ਬਚਾ ਸਕੀਏ। ਮੇਰੇ ਕੋਲ ਦੁਨੀਆ ਭਰ ਦੇ ਵੈਦ ਨੇ, ਮੈਨੂੰ ਮਰਨ ਨਹੀਂ ਦੇਵਣਗੇ। ਚਲੋ ਤੁਸੀਂ ਆਪ ਸੰਗਤ ਵਿਦੇਸ਼ਾਂ ਦੇ ਵਿੱਚ ਬੈਠੇ ਕਥਾ ਸਰਵਣ ਕਰਦੇ ਹੋ ਨਾ, ਮਾਈਕਲ ਜੈਕਸਨ, ਉਹਦੇ ਕੋਲ ਧਨ ਦੀ ਤਾਂ ਕੋਈ ਕਮੀ ਨਹੀਂ ਸੀ ਨਾ। ਅਖਬਾਰਾਂ ਨਿਊਜ਼ ਜਿਹੜੇ ਨੇ ਇਹ ਦੱਸਦੇ ਸੀ ਕਿ ਕੁਝ ਡਾਕਟਰਾਂ ਦੀ ਟੀਮ ਜਿਹੜੀ ਸੀ ਹਰ ਵੇਲੇ ਨਾਲ ਰਹਿੰਦੀ ਸੀ। ਤੇ ਡਾਕਟਰਾਂ ਦੀ ਟੀਮ ਜਿਹੜੀ ਸੀ ਉਹ ਹਰ ਇੱਕ ਚੀਜ਼ ਦੱਸਦੀ ਸੀ ਕਿ ਆਹ ਤੁਸੀਂ ਖਾਣਾ ਹੈ, ਆਹ ਤੁਸੀਂ ਪੀਣਾ ਹੈ, ਬਿਲਕੁਲ ਹਰ ਚੀਜ਼ ਟੈਸਟ ਕਰਕੇ ਦੇਣੀ। ਤੇ ਉਹ ਬੰਦਾ ਚਾਹੁੰਦਾ ਸੀ ਕਿ ਮੈਂ 150 ਸਾਲ ਘੱਟ ਤੋਂ ਘੱਟ ਜਿਉਣਾ ਚਾਹੁੰਦਾ, 150 ਸਾਲ ਜ਼ਿੰਦਗੀ ਮੇਰੀ ਹੋਵੇ, ਮੇਰੇ ਸਰੀਰ ਦਾ ਕੋਈ ਅੰਗ ਜਵਾਬ ਦੇ ਜਾਵੇ, ਮੇਰੀ ਕਿਡਨੀ, ਮੇਰਾ ਲੀਵਰ, ਮੇਰਾ ਹਾਰਟ, ਮੇਰਾ ਦਿਲ, ਕੁਛ ਵੀ ਸਰੀਰ ਦਾ ਅੰਗ ਜਵਾਬ ਦੇਵੇ। ਉਹਦੇ ਵਾਸਤੇ ਉਹਨੇ ਦੁਨੀਆ ਦੇ ਵਿੱਚ ਕੁਝ ਬੰਦੇ ਖਰੀਦ ਕੇ ਰੱਖੇ ਸੀ ਕਿ ਲੋੜ ਪੈਣ 'ਤੇ ਇਹ ਮੈਨੂੰ ਆਪਣੇ ਉਸ ਸਰੀਰ ਦਾ ਅੰਗ ਦੇ ਸਕਣ। ਉਹਨਾਂ ਨੂੰ ਪੈਸੇ ਉਹ ਦਿੰਦਾ ਸੀ, ਹਰ ਮਹੀਨੇ ਉਹਨਾਂ ਨੂੰ ਪੇ ਕਰਦਾ ਸੀ ਕਿ ਉਹਨਾਂ ਦਾ ਸਰੀਰ ਦਾ ਅੰਗ ਲੈ ਸਕੇ।
ਪਰ ਬਾਣੀ ਕਹਿੰਦੀ ਹੈ ਕਿ ਜਾਂ ਕੀ ਚੀੜੀ ਦਰਗਹਿ ਪਾਟੀ ਤਿਸੇ ਮਰਨਾ ਪਾਈ। ਜਿਨ੍ਹਾਂ ਦਾ ਲੇਖਾ ਦਰਗਾਹ ਦੇ ਵਿੱਚੋਂ ਪਾੜ ਜਾਂਦਾ ਹੈ ਨਾ, ਜਿਨ੍ਹਾਂ ਦੀ ਸਵਾਸਾਂ ਦੀ ਪੂੰਜੀ ਮੁੱਕ ਜਾਂਦੀ ਹੈ, ਜਿਹਾ ਚੀੜੀ ਲਿਖਿਆ ਤੇਹਾ ਹੁਕਮ ਕਮਾਏ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰਤੀ ਬਾਣੀ ਦੇ ਵਿੱਚ ਮਹਾਰਾਜ ਜੀ ਨੇ ਕਹਿੰਦੇ ਨੇ ਕਿ ਆਈ ਆਗਿਆ ਪਿਰਹੋਂ ਬੁਲਾਇਆ, ਨਾ ਤਨ ਪੁੱਛੀ ਨਾ ਮਤਾ ਪਕਾਇਆ, ਊੜ ਸਦਾਇਓ ਸ਼ੂਟਰ ਮਾਟੀ ਦੇਖ ਨਾਨਕ ਮਿਥਨ ਮੁਹਾਸਾ ਹੈ। ਮਹਾਰਾਜ ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਰਾਹਕ ਤਮਾਕੂ ਦਾ ਸੇਵਨ ਨਹੀਂ ਕਰੋਗੇ, ਜੇਕਰ ਇਸ ਅਲਾਮਤ ਤੋਂ ਬਚੇ ਰਹੋਗੇ, ਜੇਕਰ ਇਸ ਭੈੜੀ ਆਦਤ ਤੋਂ ਬਚ ਜਾਓਗੇ ਤੇ ਤੁਹਾਡੇ ਜੀਵਨ ਵਿੱਚ ਕੋਈ ਕਮੀ ਨਹੀਂ ਆਵੇਗੀ। ਧੰਨ ਗੁਰੂ ਅੰਗਦ ਦੇ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਸਮੇਂ ਤੇ ਮਹਾਰਾਜ ਜਦੋਂ ਖਡੂਰ ਸਾਹਿਬ ਦੀ ਧਰਤੀ ਤੇ ਵਾਏਮਾਨ ਸਨ, ਤੇ ਧੰਨ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਗੁਆਂਢ ਦੇ ਵਿੱਚ ਇੱਕ ਚੌਧਰੀ ਰਹਿੰਦਾ ਹੈ ਤੇ ਉਹਨੂੰ ਮਿਰਗੀ ਦਾ ਦੌਰਾ ਪਿਆ ਕਰੇ। ਜਦੋਂ ਮਿਰਗੀ ਦਾ ਦੌਰਾ ਪੈਣਾ, ਉਹਨੇ ਸਤਿਗੁਰੂ ਮਹਾਰਾਜ ਜੀ ਦੀ ਸ਼ਰਨ ਦੇ ਵਿੱਚ ਆਇਆ ਤੇ ਬੇਨਤੀ ਕੀਤੀ, ਮਹਾਰਾਜ ਮੈਂ ਬੜਾ ਤੰਗ ਹੈ, ਖੜਾ ਖਲੋਤਾ ਕਿਤੇ ਵੀ ਡਿੱਗ ਪੈਣਾ, ਪਤਾ ਹੀ ਨਹੀਂ ਲੱਗਦਾ ਕਿ ਕੀ ਹੋ ਜਾਣਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਉਹਨੂੰ ਇੱਕੋ ਗੱਲ ਕਹੀ, ਉਹ ਸ਼ਰਾਬ ਦਾ ਸੇਵਨ ਕਰਦਾ ਸੀ। ਮਹਾਰਾਜ ਕਹਿੰਦੇ ਨੇ ਅੱਜ ਤੋਂ ਬਾਅਦ ਨਸ਼ਾ ਨਹੀਂ ਕਰਨਾ, ਸ਼ਰਾਬ ਨਹੀਂ ਪੀਣੀ। ਸਤਿਗੁਰੂ ਮਹਾਰਾਜ ਜੀ ਦੇ ਬਚਨ ਮੰਨੇ, ਗੁਰੂ ਕੇ ਬਚਨਾਂ ਦੇ ਵਿੱਚ ਬਖਸ਼ਿਸ਼ ਸੀ, ਮਿਰਗੀ ਦਾ ਦੌਰਾ ਪੈਣਾ ਹਟ ਗਿਆ, ਜੀਵਨ ਬੜਾ ਸੁਖਾਲਾ ਹੋ ਗਿਆ, ਬੜੇ ਚੰਗੇ ਦਿਨ ਬਤੀਤ ਕਰਦਾ ਪਿਆ ਹੈ। ਕਹਿੰਦੇ ਨੇ ਸਾਉਣ ਦਾ ਮਹੀਨਾ ਸੀ ਤੇ ਮੀਂਹ ਪੈ ਕੇ ਹਟਿਆ ਤੇ ਹਵਾ ਬੜੀ ਠੰਡੀ ਵਗੇ ਪਈ। ਨੌਕਰ ਨੂੰ ਆਵਾਜ਼ ਦਿੱਤੀ, ਕਹਿੰਦਾ ਅੱਜ ਮੰਜਾ ਕੋਠੇ ਤੇ ਡਾ। ਚੁਬਾਰੇ ਦੇ ਉੱਤੇ ਮੰਜਾ ਆਪਣਾ ਜਿਹੜਾ ਸੀ ਉਹ ਚੁਬਾਰੇ ਤੇ ਡਵਾਤਾ। ਹੁਕਮ ਵੀ ਕਰ ਦਿੱਤਾ, ਕਹਿੰਦਾ ਅੱਜ ਬੋਤਲ ਵੀ ਉੱਤੇ ਹੀ ਲੈ ਕੇ ਆ ਜਾ। ਉੱਤੇ ਖਲੋਤੇ ਹੋਏ ਨੇ, ਜਦੋਂ ਮੰਜੇ ਤੇ ਬੈਠਾ, ਚੁਬਾਰੇ ਤੇ ਬੈਠ ਕੇ ਇਹਨੇ ਛੱਤ ਤੇ ਸ਼ਰਾਬ ਪੀਤੀ, ਮੰਜੇ ਤੇ ਬੈਠਾ। ਉਧਰੋਂ ਸਤਿਗੁਰੂ ਮਹਾਰਾਜ ਜੀ ਦਾ ਨਾਲ ਅਸਥਾਨ ਸੀ ਮੱਲ ਅਖਾੜਾ। ਮਹਾਰਾਜ ਉੱਥੇ ਬੱਚਿਆਂ ਦੀਆਂ ਕੁਸ਼ਤੀਆਂ ਕਰਾਇਆ ਕਰਦੇ ਸੀ। ਮੱਲ ਅਖਾੜਾ ਖਡੂਰ ਸਾਹਿਬ ਦੀ ਧਰਤੀ, ਧੰਨ ਗੁਰੂ ਅੰਗਦ ਦੇਵ ਮਹਾਰਾਜ ਕੁਸ਼ਤੀਆਂ ਕਰਾਉਂਦੇ ਪਏ ਨੇ ਬੱਚਿਆਂ ਦੀਆਂ। ਤੇ ਜਿਹੜਾ ਚੌਧਰੀ ਸੀ ਇਹ ਚੁਬਾਰੇ ਦੇ ਤੋਂ ਆਵਾਜ਼ ਦੇ ਕੇ ਕਹਿੰਦਾ ਦੇਖੋ ਤੁਸੀਂ ਕਹਿੰਦੇ ਸੀ ਹੁਕਮ ਮੰਨ ਲਈ, ਤੇਰਾ ਰੋਗ ਠੀਕ ਹੋ ਜਾਊਗਾ। ਆਹ ਦੇਖੋ ਮੈਂ ਚੰਗਾ ਭਲਾ ਅੱਜ ਮੈਂ ਆਪਣੀ ਮਨ ਮਰਜ਼ੀ ਵੀ ਕੀਤੀ, ਅੱਜ ਮੈਂ ਸ਼ਰਾਬ ਵੀ ਪੀਤੀ ਆ, ਮੈਨੂੰ ਦੇਖੋ ਕੀ ਹੋ ਗਿਆ, ਮੈਂ ਤਾਂ ਬਚ ਗਿਆ। ਹੁਕਮ ਵਾਲਾ ਤੇ ਐਵੇਂ ਤੁਸੀਂ ਡਰ ਪਾ ਦਿੱਤਾ। ਗੁਰੂ ਅੰਗਦ ਦੇਵ ਮਹਾਰਾਜ ਮੁਸਕਰਾ ਕੇ ਆਖਦੇ ਨੇ, ਕਹਿਣ ਲੱਗੇ ਜੇ ਹੁਕਮ ਨੂੰ ਤੋੜ ਦਿੱਤਾ ਫਿਰ ਸਮਝ ਰੋਗ ਜਿਹੜਾ ਸੀ ਨਾ, ਬਿਮਾਰੀ ਜਿਹੜੀ ਸੀ ਉਹ ਹੁਕਮ ਦੇ ਵਿੱਚ ਹੀ ਬੱਜੀ ਖਲੋਤੀ ਸੀ। ਅੱਜ ਤੂੰ ਹੁਕਮ ਦੀ ਉਹ ਰਕਸ਼ਾ ਬੰਧਨ ਜਿਹੜਾ ਸੀ ਉਹ ਤੋੜ ਦਿੱਤਾ, ਹੁਕਮ ਨੂੰ ਪਾਸੇ ਕਰ ਦਿੱਤਾ। ਕਿਉਂਕਿ ਮਹਾਰਾਜ ਕਹਿੰਦੇ ਨੇ ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਪਾਈ, ਕਿ ਗੁਰੂ ਕਿਰਪਾ ਕਰਦਾ ਹੈ ਨਾ ਤੇ ਸਾਡੇ ਦੁਆਲੇ ਜਿਹੜੀ ਹੈ ਉਹ ਰੱਬ ਦੇ ਨਾਮ ਦੀ ਇੱਕ ਬਾਉਂਡਰੀ ਬਣ ਜਾਂਦੀ, ਇੱਕ ਲਕਸ਼ਮਣ ਰੇਖਾ ਕਹਿ ਸਕਦੇ ਹਾਂ, ਇੱਕ ਫਸੀਲ ਖੜੀ ਹੋ ਜਾਂਦੀ, ਇੱਕ ਕੰਧ ਖੜੀ ਹੋ ਜਾਂਦੀ। ਵਿਕਾਰ ਮਨ ਤੱਕ ਨਹੀਂ ਪਹੁੰਚਣ ਦਿੰਦਾ ਮਹਾਰਾਜ, ਦੁੱਖ ਤਨ ਤੱਕ ਨਹੀਂ ਸਤਿਗੁਰੂ ਮਹਾਰਾਜ ਪਹੁੰਚਣ ਦਿੰਦਾ, ਜਿਨ੍ਹਾਂ ਨੇ ਆਪਣੇ ਜੀਵਨ ਦੇ ਦੁਆਲੇ ਇਹ ਨਾਮ ਦੀ ਕੰਧ ਬਣਾਈ। ਚੌਗਿਰਦ ਹਮਾਰੇ ਰਾਮ ਕਰ ਦੁੱਖ ਲੱਗੇ ਨਾ ਪਾਈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਹੁਣ ਕੰਧ ਤੂੰ ਆਪ ਢਾਈ, ਹੁਕਮ ਤੂੰ ਆਪ ਤੋੜ ਦਿੱਤਾ, ਤੇ ਅਸੀਂ ਤਾਂ ਤੇਰੇ ਰੋਗ ਨੂੰ ਬੰਨ੍ਹ ਕੇ ਰੱਖਿਆ ਸੀ, ਜੇ ਤੂੰ ਹੁਕਮ ਛੱਡ ਦਿੱਤਾ ਤੇ ਫਿਰ ਬਚੀ, ਤੇਰਾ ਰੋਗ ਫਿਰ ਆਇਆ ਈ। ਉਹਨ ਚੁਬਾਰੇ ਦੇ ਉੱਤੇ ਖਲੋਤੇ ਨੇ, ਉਹ ਬਿਲਕੁਲ ਕੰਢੇ ਤੇ ਬਨੇਰੇ ਤੇ ਖਲੋਤਾ ਮਹਾਰਾਜ ਨੂੰ ਅੱਗੋਂ ਆਵਾਜ਼ਾਂ ਦੇ ਕੇ ਕਹਿੰਦਾ ਪਿਆ ਸੀ ਕਿ ਦੇਖੋ ਮੈਂ ਨਹੀਂ ਮੰਨਦਾ ਹੁਕਮ, ਕੀ ਹੋ ਗਿਆ ਮੈਨੂੰ। ਉੱਤੇ ਖਲੋਤੇ ਨੂੰ ਮਿਰਗੀ ਦਾ ਦੌਰਾ ਪਿਆ ਤੇ ਧਰਤੀ ਤੇ ਆ ਕੇ ਡਿੱਗਿਆ ਤੇ ਪ੍ਰਾਣ ਨਾਲ ਹੀ ਨਿਕਲ ਗਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਰਾਹਕ ਦੇਖ ਹੁਕਮ ਮੰਨਣ ਦੇ ਵਿੱਚ ਭਲਾ, ਹੁਕਮ ਮੰਨਣ ਦੇ ਵਿੱਚ ਸੁਖਿਆ। ਜਿਨ੍ਹਾਂ ਨੇ ਹੁਕਮ ਨੂੰ ਕਮਾਇਆ, ਹੁਕਮ ਨੂੰ ਮੰਨਿਆ, ਉਹਨਾਂ ਦਾ ਜੀਵਨ ਸੁਖਾਲਾ ਹੋ ਗਿਆ। ਅੱਜ ਵੀ ਸਾਧ ਸੰਗਤ ਜਦੋਂ ਅਸੀਂ ਸਤਿਗੁਰੂ ਮਹਾਰਾਜ ਜੀ ਦੇ ਪਾਵਨ ਹੁਕਮ ਨੂੰ ਸਰਵਣ ਕਰਦੇ ਆ ਨਾ, ਰੋਜ਼ਾਨਾ ਬਾਣੀ ਦਾ ਇੱਕ ਸ਼ਬਦ ਪ੍ਰਕਾਸ਼ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਜਦੋਂ ਬਖਸ਼ਿਸ਼ ਕਰਦੇ ਨੇ, ਇਹਦਾ ਇਹ ਮਤਲਬ ਨਹੀਂ ਹੁੰਦਾ ਕਿ ਮਹਾਰਾਜ ਨੇ ਪ੍ਰਕਾਸ਼ ਕੀਤਾ, ਸਤਿਗੁਰੂ ਮਹਾਰਾਜ ਨੇ ਹੁਕਮਨਾਮਾ ਬਖਸ਼ਿਆ, ਗ੍ਰੰਥੀ ਸਿੰਘ ਨੇ ਪੜ੍ਹ ਕੇ ਸੁਣਾ ਦਿੱਤਾ, ਅਸੀਂ ਕੰਨਾਂ ਨਾਲ ਸੁਣ ਲਿਆ,
ਫਿਰ ਸਾਰਾ ਦਿਨ ਸਾਨੂੰ ਚੇਤਾ ਵੀ ਨਹੀਂ ਰਿਹਾ ਕਿ ਮਹਾਰਾਜ ਨੇ ਅੱਜ ਕਿਹਾ ਕੀ ਸੀ। ਹੁਕਮਨਾਮੇ ਦੇ ਅਰਥ ਨੇ ਕਿ ਮਹਾਰਾਜ ਨੇ ਅੱਜ ਸਾਡੇ ਤੇ ਕਿਰਪਾ ਕੀਤੀ ਹੈ, ਸਾਨੂੰ ਬਖਸ਼ਿਸ਼ ਕਰ ਦਿੱਤੀ, ਸਾਡੇ ਤੇ ਰਹਿਮਤ ਕਰ ਦਿੱਤੀ ਕਿ ਅੱਜ ਤੈਨੂੰ ਮੈਂ ਇਹ ਬਖਸ਼ਿਸ਼ ਦਿੰਦਾ ਪਿਆ, ਇਹਨੂੰ ਕਮਾਵੀਂ। ਜਿਉਂ-ਜਿਉਂ ਇਹਨੂੰ ਤੂੰ ਕਮਾਏਂਗਾ ਤੇਰਾ ਜੀਵਨ ਸਫਲਾ ਹੋ ਜਾਏਗਾ। ਗੁਰੂ ਕਿਰਪਾ ਰਹਿਮਤ ਬਖਸ਼ਿਸ਼ ਕਰੇ, ਮਹਾਰਾਜ ਜੀ ਦੀ ਬਖਸ਼ਿਸ਼ ਨੂੰ ਅਸੀਂ ਮਾਣ ਸਕੀਏ, ਅਸੀਂ ਹੁਕਮ ਦੇ ਉੱਤੇ ਚੱਲ ਸਕੀਏ। ਸਤਿਗੁਰ ਮਹਾਰਾਜ ਜੀ ਨੇ ਇੱਥੇ ਵਾਰਨਾ ਦੇ ਅੰਦਰ ਸਤਿਗੁਰ ਮਹਾਰਾਜ ਨੇ ਬਿਲਕੁਲ ਦੱਸਿਆ ਕਿ ਜੇ ਹੁਕਮ ਦੇ ਵਿੱਚ ਜਿਹੜਾ ਬੱਝਾ ਉਹ ਸੁਖੀ ਹੈ, ਉਹਦਾ ਜੀਵਨ ਸੁਖੀ ਹੈ, ਉਹ ਮਨ ਕਰਕੇ ਸੁਖੀ ਹੋ ਜਾਂਦਾ, ਤ੍ਰਿਪਤ ਹੋ ਜਾਂਦਾ ਹੈ ਮਨ ਕਰਕੇ। ਤੇ ਸਤਿਗੁਰ ਮਹਾਰਾਜ ਪਾਤਸ਼ਾਹ ਨੇ ਕਿਹਾ ਕਿ ਜਿਹੜਾ ਹੁਕਮ ਤੋਂ ਬਾਹਰ ਜਾਂਦਾ ਹੈ ਫਿਰ ਉਹ ਕਈਆਂ ਦੇ ਦਰਾਂ ਦੇ ਉੱਤੇ ਡਿੱਗਦਾ ਹੈ ਕਿ ਸ਼ਾਇਦ ਇੱਥੋਂ ਕੁਝ ਮਿਲ ਜਾਏਗਾ, ਸ਼ਾਇਦ ਉੱਥੋਂ ਕੁਝ ਮਿਲੇਗਾ। ਮਹਾਰਾਜ ਕਹਿੰਦੇ ਨੇ ਇੱਕ ਨੂੰ ਛੱਡ ਕੇ ਇੱਕ ਦੇ ਹੁਕਮ ਚੋਂ ਬਾਹਰ ਜਾ ਕਰਕੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਦੂਜਿਆਂ ਦੇ ਲੜ ਲੱਗਣ ਦੇ ਨਾਲ ਸਤਿਗੁਰੂ ਕਹਿੰਦੇ ਨੇ ਏਕ ਛੋੜ ਦੂਜੇ ਲੱਗੇ ਡੁੱਬੇ ਸੇ ਬੰਜਾਰਿਆ। ਸਤਿਗੁਰੂ ਮਹਾਰਾਜ ਕਹਿੰਦੇ ਫਿਰ ਹਾਲਤ ਉਹਦੀ ਇਹ ਹੋ ਜਾਂਦੀ ਏ ਕਿ ਜਿਵੇਂ ਸੁੰਨੇ ਖੇਤ ਦੇ ਵਿੱਚ ਉਹ ਬੁਆੜ ਤੇ ਲੁੱਗ ਖਲੋਂਦਾ ਸੀ ਨਾ, ਹੋਣਾ ਉਹ ਤਿਲਾਂ ਦਾ ਬੂਟਾ ਤੇ ਉਹਦੇ ਅੰਦਰ ਜਦੋਂ ਦੀ ਫਲੀ ਨੂੰ ਤੋੜ ਕੇ ਦੇਖਣਾ ਤੇ ਉਹਦੇ ਵਿੱਚੋਂ ਸਵਾਹ ਨਿਕਲਣੀ। ਤੇ ਕਿਸਾਨ ਨੇ ਕੀ ਕਰਨਾ, ਉਹਨੇ ਬਾਕੀ ਸਾਰੀ ਫਸਲ ਵੱਢ ਕੇ ਲੈ ਆਉਣੀ, ਪਰ ਉਹ ਬੁਆੜ ਤਿਲ ਜਿਹੜੇ ਸੀ ਉਹ ਖੇਤਾਂ ਵਿੱਚ ਹੀ ਖੜੇ ਰਹਿਣੇ, ਕਿਉਂਕਿ ਲੋੜ ਨਹੀਂ ਸੀ ਨਾ ਉਹਦੀ, ਵਿੱਚੋਂ ਨਿਕਲਣਾ ਹੀ ਕੁਝ ਨਹੀਂ ਸੀ। ਤੇ ਗੁਰੂ ਨਾਨਕ ਦੇਵ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਛੁੱਟੇ ਤਿਲ ਬੁਆੜ ਜਿਉਂ ਸੁੰਨੇ ਅੰਦਰ ਖੇਤ, ਖੇਤੇ ਅੰਦਰ ਛੁੱਟਿਆ, ਕਹੋ ਨਾਨਕ 100 ਨਾਹ ਫਲੀਏ ਫੁੱਲੀਏ ਬਪੜੇ ਪੀ ਤਨ ਵਿੱਚ ਸਵਾਹ। ਮਹਾਰਾਜ ਕਹਿੰਦੇ ਨੇ ਉਹ ਭਾਵੇਂ ਵਧਿਆ ਵੀ ਫਸਲ ਵਾਂਗੂ, ਫੁੱਲਿਆ ਵੀ, ਫਲ ਵੀ ਉਹਨੂੰ ਲੱਗਾ, ਪਰ ਫਲਾਂ ਦੇ ਵਿੱਚ ਕੇਵਲ ਥੋਥਾਪਨ ਸੀ, ਕੇਵਲ ਸਵਾਹ ਸੀ। ਵਿਖਾਵਾ ਬਾਹਰੋਂ ਚੰਗਾ ਸੀ ਪਰ ਅੰਦਰੋਂ ਥੋਥਾ ਹੋਣ ਕਰਕੇ ਉਹਦਾ ਕਹਿੰਦੇ ਉਹ ਇੱਕ ਤਾਂ ਉਹਦਾ ਮਾਲਕ ਨਹੀਂ ਬਣਿਆ, ਪਰ ਮੁੜ ਕੇ 100 ਖਸਮ ਬਣ ਨੂੰ ਤਿਆਰ ਹੋ ਗਏ। ਜਿਹਨੇ ਕਿਹਾ ਕਿ ਇਹਨੂੰ ਪੁੱਟ ਕੇ ਲਿਆਓ, ਚਲੋ ਬਾਲਣ ਦੇ ਕੰਮ ਹੀ ਆਵੇਗਾ। ਉਹ ਕਦਰ ਨਹੀਂ ਪਈ ਜੋ ਹੋਣੀ ਚਾਹੀਦੀ ਸੀ। ਸਤਿਗੁਰੂ ਮਹਾਰਾਜ ਜੀ ਨੇ ਬਚਨ ਇੱਥੇ ਕੀਤਾ ਵਾਰਨਾ। ਮਹਾਰਾਜ ਕਹਿੰਦੇ ਨੇ ਸਾਧੋ ਗੋਬਿੰਦ ਕੇ ਗੁਣ ਗਾਵੋ, ਮਾਨਸ ਜਨਮ ਅਮੋਲਕ ਪਾਇਓ, ਮਿਰਥਾ ਕਾਹੇ ਗਵਾਵੋ। ਕਿਉਂ ਇਸ ਜੀਵਨ ਨੂੰ ਤੂੰ ਵਿਅਰਥ ਗਵਾਉਂਦਾ ਹੈ। ਸਤਿਗੁਰੂ ਕਿਰਪਾ ਕਰੇ ਜੀਵਨ ਸਫਲਾ ਹੋਵੇ। ਮਾਨਸ ਜਨਮ ਸਾਨੂੰ ਮਿਲਿਆ ਹੈ। ਅਰਦਾਸ ਗੁਰੂ ਚਰਨਾਂ 'ਚ ਕਰੀਏ ਕਿ ਹਰ ਪ੍ਰਾਣੀ ਜਿਹੜਾ ਹੈ, ਕੋਈ ਵੀ ਹੈ, ਕਿਸੇ ਧਰਮ ਨਾਲ ਵੀ ਕਿਸੇ ਦਾ ਸੰਬੰਧ ਹੈ, ਗੁਰੂ ਕਿਰਪਾ ਕਰੇ ਹਰ ਇੱਕ ਨੂੰ ਜੀਵਨ ਜਾਚ ਮਿਲੇ, ਹਰ ਇੱਕ ਦਾ ਜੀਵਨ ਸੁਖਾਲਾ ਹੋਵੇ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿਤ ਦੁਆਰੇ ਉਬਰੇ ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ